ਲਾਹੌਰ ਵਜ਼ੀਰਾਬਾਦ ਸਿਆਲਕੋਟ ਇਧਰ 10 ਉਧਰ ਆਉਂਦੀਆਂ 10 ਤੋਂ ਜਾਂਦੀਆਂ ਸਹੀ ਇੱਕ ਦਿਨ ਚ ਅੱਧੇ ਦੇ ਘੰਟੇ ਬਾਅਦ 10 ਮਿੰਟਾਂ ਬਾਅਦ ਟ੍ਰੇਨ ਆਉਣੀ ਹੈ। ਆਹ ਬਰਤਾਨੀਆ ਦੇ ਦੌਰ ਦਾ ਬਣੇ ਆ। ਅਸੀਂ ਸਕੂਲ ਪੜ੍ਹਨ ਵਾਸਤੇ ਜਾਈਦਾ ਸੀ 65 ਤੋਂ ਪਹਿਲੋਂ ਤੇ ਉਦੋਂ ਗੱਡੀ ਹੁੰਦੀ ਸੀ ਮਗਰ ਟੈਂਕੀ ਹੋਣੀ ਹੈ ਪਾਣੀ ਵਾਲੀ ਤੇ ਅੱਗੇ ਇੱਕ ਫੋਰਮੈਨ ਹੁੰਦਾ ਸੀ ਤੇ ਇੱਕ ਡਰਾਈਵਰ ਹੁੰਦਾ ਸੀ ਤੇ ਕੋਲਾ ਹੁੰਦਾ ਸੀ ਉਹਦੇ ਚ ਤੇਲ ਲਾ ਤੇ ਕੋਲੇ ਨਾਲ ਗੱਡੀ ਚੱਲਦੀ ਸੀ। ਫਿਰ ਬਾਅਦ ਘਟ ਗਈਆਂ ਫਿਰ ਕੱਟਦਿਆਂ ਹੁਣ ਇਹ ਦੌਰ ਆ ਗਿਆ ਕਿ 2 ਗੱਡੀਆਂ ਜਾਂਦੀਆਂ ਨੇ ਇੱਥੇ ਕੋਈ ਨਹੀਂ ਖਲੋਂਦੀ। ਇੱਥੇ ਦੋਵਾਂ ਚ ਕੋਈ ਵੀ ਨਹੀਂ ਖਲੋਂਦਾ। ਨਹੀਂ ਕੋਈ ਨਹੀਂ। ਸਵਾਰੀਆਂ ਬੇਬਾਹ ਹੁੰਦੀਆਂ ਸਨ। ਗਵਰਨਮੈਂਟ ਦੀਆਂ ਕਾਗਜ਼ਾਂ ਵਿੱਚ ਕਿਰਾਇਆ ਨਹੀਂ ਲੋਕੀ ਦਿੰਦੇ ਟਿਕਟ ਨਹੀਂ ਲੈਂਦੇ। ਉਹਦੇ ਇਹਨਾਂ ਕੋਲੋਂ ਸਿਪਾਹੀ ਤੇ ਗਾਰਡ ਤੇ ਅਸਤੀ ਜਿਹੜੇ ਨੂੰ ਪੈਸੇ ਲੈ ਲੈਂਦੇ ਹਨ ਜਿਹੜੇ ਟ੍ਰੇਨ ਚ ਹੁੰਦੇ ਸਨ ਜਿਹੜੇ ਟ੍ਰੇਨ ਦੇ ਵਿੱਚ ਹੁੰਦੇ ਹਨ। ਉਹਨੇ ਬਹਿ ਉੱਥੇ ਵਿੱਚ ਇਸ ਤਰ੍ਹਾਂ ਬਗੈਰ ਟਿਕਟ ਤੋਂ ਬਹਿ ਜਾਂਦੇ ਹਨ। ਬਗੈਰ ਟਿਕਟ ਤੋਂ ਬਹਿ ਜਾਂਦੇ ਉਹ ਜਿੱਥੇ ਕਿ ਉਤਰਨਾ ਹੁੰਦਾ ਉੱਥੇ ਤੋਂ ਲਾ ਦਿੰਦੇ ਹਨ ਉਹਨੂੰ। ਤੇ ਗਵਰਨਮੈਂਟ ਦੇ ਕਾਗਜ਼ਾਂ ਵਿੱਚ ਇਹ ਹੋਣਾ ਕਿ ਇੱਥੇ ਮੁਸਾਫਰ ਹੀ ਕੋਈ ਨਹੀਂ। ਸਹੀ ਹਾਲਾਂ ਮੁਸਾਫਰ ਬੇਬਾਹ ਚੜਦੇ ਸਨ ਕਿਰਾਇਆ ਤੇ ਖਾਂਦੇ ਸਨ ਪੁਲਿਸ ਵਾਲੇ ਤੇ ਸਾਡਾ ਮੈਂ ਤੇ 24 ਘੰਟੇ ਸਟੇਸ਼ਨ ਦੇ ਇੱਥੇ ਕੋਲ ਮੇਰੀ ਜ਼ਮੀਨ ਇੱਥੇ ਵੇ ਇੱਥੇ ਰਹੀਦਾ ਤੇ ਮੁਸਾਫਰ ਆਉਂਦੇ ਨੇ ਵਿਚਾਰੇ ਬੱਸਾਂ ਤੇ ਧੱਕੇ ਛੱਕੇ ਖਾਂਦੇ। ਅਸੀਂ ਗੱਡੀ ਹਾਂ ਸਾਰੇ ਲੋਕ ਗੱਡੀ ਤੇ ਸਫ਼ਰ ਕਰਨ ਜ਼ਿਆਦਾ ਗਰੀਬਾਂ ਨੂੰ ਫਾਇਦਾ ਜੀ ਇਹਦਾ ਕਿ ਮਜ਼ਦੂਰੀ ਕਰਨ ਵਾਸਤੇ ਜਾਈਦਾ ਸੀ ਤੇ ਇਹ ਤੇ ਜਾਣਾ ਤੇ ਸ਼ਾਮ ਨੂੰ ਇਸੇ ਗੱਡੀ ਤੇ ਆ ਜਾਣਾ। वो सवेरे बच्चे पढ़ने वास्ते भी जाते सन ते असीं मजदूर भी सारे उत्ते जाते होंदे। अस्सलाम वालेकुम नाज़रीन, मैं हूं शहजाद जुल्फ़िकार और आप देख रहे हैं सियालकोट प्लस। नाज़रीन, आज हम आपको दिखाने जा रहे हैं एक तारीखी रेलवे स्टेशन जो कि तहसील पसरूर के नवाही गाँव अल्लड़ में वाक़ है और अल्लड़ स्टेशन के नाम से जाना जाता है। ये स्टेशन भी अंग्रेज़ों के दौर का ही बना हुआ है और काफ़ी पुराना और तारीखी स्टेशन है। इस स्टेशन पे तकरीबन एक दिन में 10 से 12 ट्रेनें स्टॉप करती थी, इधर से गुज़रती थी और यहाँ से बहुत ही ज़्यादा तादाद में मुसाफिर जाते थे। इस स्टेशन को तकरीबन करीब 15 से 20 गाँव लगते हैं और उन 15 से 20 गाँव के मुसाफिर जो हैं वो इधर से सफ़र करते थे और जाते थे सियालकोट और दूसरे शहरों में और जाके अपना रोज़ी रोटी कमाते थे। इस स्टेशन से स्टूडेंट्स भी बहुत ज़्यादा तादाद में सफ़र करते थे, यहाँ से वो सियालकोट कॉलेजेस यूनिवर्सिटीज़ में जाते थे। ये स्टेशन इतना आबाद था कि इसकी आबादकारी की वजह से यहाँ पे एक बाज़ार बना हुआ था और उसमें बैंक भी मौजूद था और काफ़ी ज़्यादा दुकानें थी जो कि आज वीरान हो चुकी हैं। क्योंकि स्टेशन ही वीरान हो गया है तो वो सारी मार्केट वो बाज़ार भी ख़त्म हो चुका है। और अब इसकी मौजूदा सूरत हाल क्या है वो हम आपको दिखाते हैं और यहाँ के एक बुज़ुर्ग हैं, उनसे भी इसकी मुकम्मल मालूमात लेके आप तक पहुँचाते हैं। तरक्की की इस दौर में इस स्टेशन की बेहतरी की बजाय ये तंदली का शिकार है और ये खंडरात की शक्ल अख्तियार कर चुका है। आइए हम आपको इस स्टेशन की मुकम्मल हालत-ए-ज़ार दिखाते हैं और इसकी आपको सारी तफसील बताते हैं। अस्सलाम वालेकुम बुजुर्गो, की हाल है? वालेकुम अस्सलाम, ठीक अल्लाह दी रहमत है। अच्छा बुजुर्गो, तुहाडी कितनी की उम्र हो गई है? मेरी उम्र हो गई जी 67 साल, अपना 64 साल 65। अच्छा, सानू जरा दसो स्टेशन दे बारे, कितनी देर पुराना बनया है? ये सिखां दे वक्त दा बने है, सानू इहदी कोई संभाल नहीं ते बरतानिया दे दौर दा बने है। अंग्रेज़ां दे दौर दा? अंग्रेज़ां दे दौर दा ते उदों बाद बड़ा चिर चलदा रहा हुण तक 20 ਗੱਡੀਆਂ ਜਾਂਦੀਆਂ ਨੇ ਲਾਹੌਰ, ਸਿਆਲਕੋਟ, ਵਜ਼ੀਰਾਬਾਦ, ਫੈਸਲਾਬਾਦ ਤੱਕ। ਤੇ ਹੁਣ ਇਹੋ ਜਿਹਾ ਦੌਰ ਆਇਆ ਕਿ ਗੱਡੀਆਂ ਬਿਲਕੁਲ ਹੀ ਬੰਦ ਹੋ ਗਈਆਂ ਨੇ ਨਵਾਜ਼ ਸ਼ਰੀਫ ਦੇ ਵਕਤ ਚ ਆ ਕੇ। ਕਿੰਨੀਆਂ ਕ ਟ੍ਰੇਨਾਂ ਇੱਥੇ ਮਤਲਬ ਕਿ ਤੁਸੀਂ ਦੇਖਿਆ ਹੋਣਾ ਆਪਣੇ ਵਕਤ ਦੇ ਵਿੱਚ ਆਂਦੀਆਂ ਹਨ, ਇੱਥੇ ਰੁਕਦੀਆਂ ਹਨ? ਟੋਟਲ ਕਿੰਨੀਆਂ ਕੁ ਹੋਣੀਆਂ? ਸਾਰੀਆਂ ਰੁਕਦੀਆਂ ਹੁਣ ਚਵਿੰਡਾ ਆਪਣਾ ਸ਼ਕਲਗੜ੍ਹ, ਲਾਹੌਰ, ਵਜ਼ੀਰਾਬਾਦ, ਸਿਆਲਕੋਟ ਇਧਰ 10 ਉਧਰ ਆਉਂਦੀਆਂ 10 ਤੋਂ ਜਾਂਦੀਆਂ ਹਨ। ਸਹੀ, ਇੱਕ ਦਿਨ ਚ ਅੱਧੇ ਦੇ ਘੰਟੇ ਬਾਅਦ 10 ਮਿੰਟਾਂ ਬਾਅਦ ਟ੍ਰੇਨ ਆਉਣੀ ਹੈ। ਇੱਥੇ ਰੁੜਕੀ, ਚਾੜ ਬਾਜਵਾ, ਖਾਨਾ ਵਾਲੀ, ਇਧਰੋਂ ਵੱਡਿਆਂ ਵਾਲਾ, ਮੁੰਡੇ ਕੀ ਬੇਰੀਆਂ, ਪੂਰਾ ਇਲਾਕਾ ਸਾਡੇ ਸਟੇਸ਼ਨ ਤੇ ਪੈਂਦਾ ਸੀ। ਮਤਲਬ ਬਹੁਤ ਜ਼ਿਆਦਾ ਰਸ਼ ਹੁੰਦਾ ਸੀ। 10-15 ਪਿੰਡ ਸਨ ਇੱਥੇ ਇਕੱਠੇ ਜਿਨ੍ਹਾਂ ਦੇ ਇੱਥੋਂ ਸਵਾਰੀਆਂ ਜਾਂਦੀਆਂ ਹਨ। 20-25 ਪਿੰਡ, ਬੜੀ ਤਾਦਾਦ। ਜ਼ਿਆਦਾ ਗਰੀਬਾਂ ਨੂੰ ਫਾਇਦਾ ਜੀ ਇਹਦਾ ਕਿ ਮਜ਼ਦੂਰੀ ਕਰਨ ਵਾਸਤੇ ਜਾਈਦਾ ਸੀ ਤੇ ਇਹ ਤੇ ਜਾਣਾ ਤੇ ਸ਼ਾਮ ਨੂੰ ਇਸੇ ਗੱਡੀ ਤੇ ਆ ਜਾਣਾ। ਉਹ ਬੱਚੇ ਕਿਹੜੀ ਰੇਲ ਸ਼ਾਹਸਵਾਰ ਚੱਲਦੀ ਹੁੰਦੀ ਸੀ ਰੇਲ ਮਜ਼ਦੂਰਾਂ ਵਾਲੀ? ਉਦੋਂ ਪਹਿਲਾਂ ਉਹ ਚੱਲਦੀ ਸੀ ਚੱਕਮਰੂ ਤੋਂ। ਅੱਛਾ ਤੇ ਚੱਲ ਕੇ ਸ਼ਕੜਗੜ੍ਹ, ਚੱਕਮਰੂ, ਨਾਰੋਵਾਲ ਆ ਕੇ ਤੇ ਸਿੱਧੀ ਜਾਂਦੀ ਸੀ ਵਜ਼ੀਰਾਬਾਦ। ਉਹ ਸਵੇਰੇ ਉਹਦੇ ਬੱਚੇ ਪੜ੍ਹਨ ਵਾਸਤੇ ਵੀ ਜਾਂਦੇ ਸਨ ਤੇ ਵਕੀਲ ਵੀ ਤੇ ਅਸੀਂ ਮਜ਼ਦੂਰ ਵੀ ਸਾਰੇ ਉੱਥੇ ਜਾਂਦੇ ਹੁੰਦੇ। ਫਿਰ ਬਾਅਦ ਘਟ ਗਈਆਂ, ਫਿਰ ਕੱਟਦਿਆਂ ਹੁਣ ਇਹ ਦੌਰ ਆ ਗਿਆ ਕਿ 2 ਗੱਡੀਆਂ ਜਾਂਦੀਆਂ ਨੇ ਉਹ ਵੀ ਇੱਥੇ ਨਹੀਂ ਖਲੋਂਦੀਆਂ। ਹੁਣ ਇਸ ਟਾਈਮ ਮਤਲਬ ਕਿੰਨੀਆਂ ਗੱਡੀਆਂ ਜਾ ਰਹੀਆਂ ਨੇ? 2 ਜਾ ਰਹੀਆਂ, ਇੱਕ ਲਾਮਾ ਇਕਬਾਲ ਕਰਾਚੀ ਵਾਲੀ ਤੇ ਇੱਕ ਸੁਪਰ ਉਹ ਜਾਂਦੀ ਹੈ ਲਾਹੌਰ। ਇੱਥੇ ਕੋਈ ਨਹੀਂ ਖਲੋਂਦੀ। ਇੱਥੇ ਦੋਵਾਂ 'ਚ ਕੋਈ ਵੀ ਨਹੀਂ ਖਲੋਂਦਾ? ਨਹੀਂ, ਕੋਈ ਨਹੀਂ। ਤੇ ਸਟੇਸ਼ਨ ਦੀ ਹੁਣ ਕੀ ਸੂਰਤ ਹੈ? ਸੂਰਤ ਬਿਲਕੁਲ ਢੱਠਾ ਪਿਆ। ਮੁੰਡੇ ਇੱਥੇ ਕ੍ਰਿਕਟ ਖੇਡਦੇ ਨੇ, ਇੱਟਾਂ ਦੇ ਢੇੜ ਕੇ ਲੈ ਜਾਂਦੇ ਨੇ। ਬਾਅਦ ਇਹ ਨਹੀਂ ਪਹਿਲਾਂ ਕਿੰਨੇ ਖੜੀਆਂ ਨੇ, ਕਿੱਧਰ ਗਿਆ ਕਿੱਧਰ ਨਹੀਂ। ਉਹਦਾ ਛੱਤ ਵੀ ਮਤਲਬ ਕਿ ਇਸ ਤਰ੍ਹਾਂ ਜਿਵੇਂ ਉੱਤੇ ਪੈਲੀ ਬਣੀ ਹੁੰਦੀ ਹੈ। ਹਾਂਜੀ,
ਹਰ ਚੀਜ਼ ਜਿਹੜੀ ਉਹਨਾਂ ਤਬਾਹ, ਬੂਹੇ ਬਾਰੀਆਂ ਦਰਵਾਜ਼ੇ ਵੇਖ ਲਓ ਜਾ ਕੇ, ਸਾਰੇ ਉਹਨਾਂ ਬਣਾ ਕਰ ਛੜੇ ਨੇ। ਜਦੋਂ ਰਾਖਾ ਚੌਕੀਦਾਰ ਹੀ ਕੋਈ ਨਹੀਂ ਤੇ ਲੋਕਾਂ ਨੂੰ ਕਿੰਨੀ ਦੇਰ ਤੋਂ ਸਟੇਸ਼ਨ ਹੈ ਬੰਦ ਰਿਹਾ? ਇਹ 10-11 ਸਾਲ ਹੋ ਚੱਲੇ ਨੇ। 10-11 ਸਾਲ ਹੋ ਗਏ ਨੇ, ਮਤਲਬ ਕਿ ਬੰਦ ਹੋ ਗਿਆ, ਕੋਈ ਇੱਥੇ ਚੀਜ਼ ਨਹੀਂ। ਤੇ ਸਾਡਾ ਮੈਂ ਤੇ 24 ਘੰਟੇ ਸਟੇਸ਼ਨ ਦੇ ਇੱਥੇ ਕੋਲ, ਮੇਰੀ ਜ਼ਮੀਨ ਇੱਥੇ ਵੇ, ਇੱਥੇ ਰਹੀਦਾ। ਤੇ ਮੁਸਾਫਰ ਆਉਂਦੇ ਨੇ ਵਿਚਾਰੇ ਬੱਸਾਂ ਤੇ ਧੱਕੇ ਛੱਕੇ ਖਾਂਦੇ। ਅਸੀਂ ਗਿੱਜੇ ਹਾਂ ਸਾਰੇ ਲੋਕ ਗੱਡੀ ਤੇ ਸਫ਼ਰ ਕਰਨ, ਹੁਣ ਬੱਸਾਂ ਤੇ ਜਾਂਦੇ ਨੇ, ਮੋਟਰਸਾਈਕਲਾਂ ਰੱਖੀਆਂ ਨੇ, ਕਈ ਗਰੀਬ ਵਿਚਾਰੇ ਕਿਵੇਂ ਤੁਰ ਜਾਂਦੇ ਨੇ। ਤੇ ਤੁਸੀਂ ਕਿੰਜ ਇੱਥੋਂ ਟ੍ਰੇਨ ਦੇ ਸਫ਼ਰ ਕਰਦੇ? ਅਸੀਂ ਸਕੂਲ ਪੜ੍ਹਨ ਵਾਸਤੇ ਜਾਈਦਾ ਸੀ 65 ਤੋਂ ਪਹਿਲੋਂ, ਤੇ ਉਦੋਂ ਗੱਡੀ ਹੁੰਦੀ ਸੀ, ਮਗਰ ਟੈਂਕੀ ਹੋਣੀ ਹੈ ਪਾਣੀ ਵਾਲੀ, ਤੇ ਅੱਗੇ ਇੱਕ ਫੋਰਮੈਨ ਹੁੰਦਾ ਸੀ ਤੇ ਇੱਕ ਡਰਾਈਵਰ ਹੁੰਦਾ ਸੀ, ਤੇ ਕੋਲਾ ਹੁੰਦਾ ਸੀ, ਉਹਦੇ 'ਚ ਤੇਲ ਰਲਾ ਤੇ ਕੋਲੇ ਨਾਲ ਗੱਡੀ ਚੱਲਦੀ ਸੀ, ਮਤਲਬ ਸਟੀਮ ਵਾਲੀ ਭਾਪ ਇੰਜਣ। ਹਾਂ, ਉਹਨੇ ਜਾਣਾ, ਉਹਨੇ ਵਾਪਸ ਆਉਣਾ। ਤੇ ਉਹ ਬਹੁਤ ਉਹਦੇ ਤੇ ਮਜ਼ਾ ਹੁੰਦਾ ਸੀ। ਤੇ ਕੀ ਮਤਲਬ ਕਿ ਉਦੋਂ ਫਾਇਦਾ ਹੁੰਦਾ ਸੀ ਸਟੂਡੈਂਟ ਨੂੰ? ਫਾਇਦਾ ਇਹ ਹੁੰਦਾ ਸੀ ਕਿ ਜਿਹੜੇ ਅਸੀਂ ਸਕੂਲ ਜਾਂਦੇ ਹਾਂ ਨਾ, ਸਾਨੂੰ ਅੱਧੇ ਤੋਂ ਅੱਧਾ ਕਿਰਾਇਆ ਪੈਂਦਾ, ਪਾਸ ਬਣਦੇ ਹੁੰਦੇ ਸਨ। ਸਟੂਡੈਂਟ ਦਾ ਪਾਸ ਬਣਦਾ ਹੁੰਦਾ? ਹਾਂਜੀ, ਮਜ਼ਦੂਰਾਂ ਦੇ ਵੀ। ਸਹੀ। ਮਜ਼ਦੂਰਾਂ ਦੇ ਵੀ ਅੱਧਾ ਕਿਰਾਇਆ ਤੇ ਸਟੂਡੈਂਟ ਦਾ ਵੀ ਅੱਧਾ, ਤੇ ਜਿਹੜੀ ਬੱਚਿਆਂ ਸਾਰੇ ਅੱਧਾ ਕਿਰਾਇਆ ਲੈਂਦੇ ਸਨ ਜਿਹੜੇ ਪਾਸ ਬਣਾਉਂਦੇ ਸਨ। ਗਰੀਬਾਂ ਲੋਕਾਂ ਨੂੰ ਬਹੁਤ ਫਾਇਦਾ ਸੀ। ਤੇ ਸੁਣਿਆ ਜਿਹੜੀਆਂ ਲੇਡੀ ਸਟੂਡੈਂਟ ਹੁੰਦੀਆਂ ਜਿਹੜੀਆਂ ਕੁੜੀਆਂ ਹੁੰਦੀਆਂ, ਉਹਨਾਂ ਵਾਸਤੇ ਲਹਿਦਾ, ਉਹਨਾਂ ਲਈ ਕਮਰਾ ਲਹਿਦਾ ਹੁੰਦਾ ਸੀ। ਇੱਥੇ ਮੁਸਾਫਰਖਾਨੇ 'ਚ ਵੇਖੋ ਇੱਕ ਕਮਰਾ ਉਹਨਾਂ ਦਾ ਵੱਖਰਾ ਹੀ ਹੈ, ਉੱਥੇ ਅੱਗ ਪੈਂਦੀਆਂ ਸਨ। ਹੁਣ 5-5 7-7 ਹਜ਼ਾਰ ਰੁਪਇਆ ਦੇ ਕੇ ਤੇ ਉਹ ਕੈਰੀ ਡੱਬਿਆਂ ਤੇ ਟਿਊਟਿਆਂ ਤੇ ਘੱਲਦੇ ਨੇ, ਤੇ ਉਹ ਖੱਜਲ ਖਰਾਬ ਹੋ ਕੇ ਪਤਾ ਕਿਧਰੋਂ ਆਉਂਦੀਆਂ ਸਕੂਲਾਂ 'ਚ ਤੇ ਕਿੱਥੋਂ ਨਹੀਂ। ਅੱਛਾ ਬਜ਼ੁਰਗੋ, ਇਹ ਕਿਹਾ ਜਾ ਰਿਹਾ ਵੀ ਹੁਣ ਮੁਸਾਫਰ ਨਹੀਂ, ਮਤਲਬ ਕਿ ਸਵਾਰੀਆਂ ਨਹੀਂ ਆਉਂਦੀਆਂ ਜਿਸ ਵੇਲੇ ਟ੍ਰੇਨ ਬੰਦ ਕਰ ਦਿੱਤੀ। ਇਹਦੀ ਕੀ ਵਜ੍ਹਾ? ਇਹਦੀ ਵਜ੍ਹਾ ਇਹ ਹੈ ਕਿ ਸਵਾਰੀਆਂ ਬੇਬਾਹ ਹੁੰਦੀਆਂ ਸਨ। ਗਵਰਨਮੈਂਟ ਦੀਆਂ ਕਾਗਜ਼ਾਂ ਵਿੱਚ ਕਿਰਾਇਆ ਨਹੀਂ ਲੋਕੀ ਦਿੰਦੇ, ਟਿਕਟ ਨਹੀਂ ਲੈਂਦੇ। ਉਹਦੇ ਇਹਨਾਂ ਕੋਲੋਂ ਸਿਪਾਹੀ ਤੇ ਗਾਰਡ ਤੇ ਅਸਤੀ ਜਿਹੜੇ ਨੂੰ ਪੈਸੇ ਲੈ ਲੈਂਦੇ ਹਨ, ਜਿਹੜੇ ਟ੍ਰੇਨ 'ਚ ਹੁੰਦੇ ਸਨ, ਜਿਹੜੇ ਟ੍ਰੇਨ ਦੇ ਵਿੱਚ ਹੁੰਦੇ ਹਨ। ਉਹਨਾਂ ਨੇ ਬਹਿ ਜਾਓ ਉੱਥੇ ਵਿੱਚ, ਇਸ ਤਰ੍ਹਾਂ ਬਗੈਰ ਟਿਕਟ ਤੋਂ ਬਹਿ ਜਾਂਦੇ ਹਨ। ਬਗੈਰ ਟਿਕਟ ਤੋਂ ਬਹਿ ਜਾਂਦੇ, ਉਹ ਜਿੱਥੇ ਜਿੱਥੇ ਉਤਰਨਾ ਹੁੰਦਾ ਉੱਥੇ ਤੋਂ ਲਾ ਦਿੰਦੇ ਹਨ ਉਹਨੂੰ। ਤੇ ਗਵਰਨਮੈਂਟ ਦੇ ਕਾਗਜ਼ਾਂ ਵਿੱਚ ਇਹ ਹੋਣਾ ਕਿ ਇੱਥੇ ਮੁਸਾਫਰ ਹੀ ਕੋਈ ਨਹੀਂ। ਸਹੀ। ਹਾਲਾਂ ਮੁਸਾਫਰ ਬੇਬਾਹ ਚੜਦੇ ਸਨ, ਕਿਰਾਇਆ ਤੇ ਖਾਂਦੇ ਸਨ ਪੁਲਿਸ ਵਾਲੇ, ਜਿਹੜੇ ਪੁਲਿਸ ਵਾਲੇ। ਹਾਂਜੀ, ਕਿਰਾਇਆ ਉਹ ਖਾਂਦੇ ਸਨ। ਮੁਸਾਫਰ ਤੇ ਅੱਧੇ ਕਿਰਾਏ ਦੇ ਉੱਤੇ ਅਸੀਂ ਮਜ਼ਦੂਰੀ ਕਰਦੇ ਰਹੇ ਹਾਂ ਸਿਆਲਕੋਟ ਜਾ ਕੇ, ਕਿੰਨਾ ਚਿਰ ਕੀਤੀ ਹੈ। ਹੋਰ ਲੋਕ ਵੀ ਇਸ ਤਰ੍ਹਾਂ ਜਾਂਦੇ ਰਹੇ ਨੇ, ਧੀਆਂ ਭੈਣਾਂ ਸਾਰੀਆਂ ਜਾਂਦੀਆਂ ਰਹੀਆਂ ਨੇ। ਅਗਰ ਅੱਜ ਸਟੇਸ਼ਨ ਬਹਾਲ ਹੋਈਏ ਤੇ ਕੋਈ ਟ੍ਰੇਨ ਚੱਲ ਜੇ ਤੇ ਕੀ ਮਤਲਬ ਸਵਾਰੀਆਂ ਆਣਗੀਆਂ ਇੱਥੇ, ਮੁਸਾਫਰ ਆਉਣਗੇ? ਬੜੇ ਲੋਕ ਆਉਂਦੇ, ਜਿਵੇਂ ਅੱਗੇ ਮੇਰੀ ਚੱਲੇ ਤੇ ਕਿਰਾਇਆ ਮਜ਼ਦੂਰਾਂ ਦਾ ਅੱਧਾ ਤੇ ਦੂਜਿਆਂ ਦਾ ਪੂਰਾ ਕਿਰਾਇਆ ਹੋਵੇ, ਉੱਥੇ ਲੋਕ ਆਉਂਦੇ। ਕਿੰਨੇ ਪਿੰਡ ਮਤਲਬ ਕਿ ਪੈ ਜਾਂਦੇ ਨੇ ਇੱਥੇ ਕਰੀਬ? ਇਹ ਕੋਈ ਹੁਣ ਤੇ ਸੜਕਾਂ ਪੱਕੀਆਂ ਬਣ ਗਈਆਂ ਨਾ, ਉਧਰ ਫਲੋਰੇ ਵਾਲੇ ਵੀ ਤੇ ਬਡਾਣੇ ਵਾਲੇ ਵੀ, ਹੁਣ ਵੀ 20-25 ਪਿੰਡ ਨੂੰ ਪੈ ਜਾਂਦੇ। 20-25 ਪਿੰਡ, ਹੁਣ ਗੱਲੜ ਹੋ ਗਿਆ, ਫਤਿਹਪੁਰ, ਖਾਨਾ ਤੱਕ, ਚਾੜ ਬਾਜਵਾ, ਇਹਦਾ ਸਰਸਾਦ ਬੜੀ ਦੁਨੀਆ ਜਾਂਦੀ ਹੈ। ਇਹਦਾ ਸਫ਼ਰ ਹੀ ਬੜਾ ਮਜ਼ੇਦਾਰ ਹੈ। ਬਿਲਕੁਲ, ਮਗਰ ਮਹਿਫੂਜ਼ ਸਫ਼ਰ ਹੈ, ਕੋਈ ਖਤਰਾ ਨਹੀਂ। ਅੱਧੇ ਘੰਟੇ 'ਚ ਸਿਆਲਕੋਟ ਦਾ ਵਿਸ਼ਕਾਰ ਲੈ ਜਾਂਦੀ ਹੈ, ਅੱਗੋਂ ਜਿੱਧਰ ਮਰਜ਼ੀ ਕੋਈ ਪੈਦਲ ਤੁਰ ਜਾਏ। ਜਨਾਬ, ਸਟੇਸ਼ਨ ਦੇ ਉੱਤੇ ਬੈਂਕ ਹੁੰਦਾ ਸੀ, 15-20-30 ਦੁਕਾਨਾਂ ਹੁੰਦੀਆਂ ਸਨ। ਗੱਡੀ ਨਾ ਚੱਲਣ ਦੀ ਵਜ੍ਹਾ ਤੋਂ ਸਭ ਕੁਝ ਬਰਬਾਦ ਹੋ ਗਿਆ। ਅਸਾਂ ਤੇ ਬੜਾ ਰੂਜ ਵੇਖਿਆ ਸਟੇਸ਼ਨ ਦਾ, ਤੇ ਕੋਈ ਉਮੀਦ ਨਹੀਂ ਕਿ ਹੁਣ ਚੱਲੇ, ਕਿਉਂ ਹਕੂਮਤ ਪੈਰੋ ਪੈਰ ਇਹਦੇ ਵਿੱਚ ਇਹ ਜਾਂਦੇ ਨੇ ਕਿ ਰੇਲ 'ਚ ਘਾਟਾ ਪੈਂਦਾ, ਰੇਲ 'ਚ ਘਾਟਾ। ਹਾਲਾਂਕਿ ਚੱਲੇ ਰੇਲ ਤੇ ਕੋਈ ਘਾਟਾ ਨਹੀਂ, ਬਾਹਰ ਦੇ ਮੁਲਕਾਂ ਦੀ ਵੀ ਤਾਂ ਰੇਲ ਚੱਲਦੀ ਹੈ ਨਾ।